ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 23ਵਾਂ। ਮੈਂ ਜਦੋਂ ਜੈਪੁਰ ਇਹ ਕੈਲੰਡਰ ਵੇਖਿਆ ਤਾਂ ਸਮਝਿਆ ਕਿ ਇਹ ਕਿਸੇ ਫਿਲਮੀ ਐਕਟਰਸ ਦਾ ਹੈ, ਪਰ ਥੱਲੇ ਲਿਖਿਆ ਹੋਇਆ ਸੀ ਸਤੀ ਰੂਪ ਕਮਲ। ਉਸਦੇ ਚਿਹਰੇ ਵੱਲ ਵੇਖਿਆ ਸਹਿਜੇ ਹੀ ਸਮਝ ਲੱਗਦੀ ਹੈ ਕਿ ਸਤੀ ਹੋਣਾ ਉਹਦੀ ਮਰਜ਼ੀ ਨਹੀਂ, ਮਜਬੂਰੀ ਸੀ। ਸਤੀ ਹੋਣ ਵੇਲੇ ਉਸ ਦੀ ਉਮਰ 20 ਸਾਲ 8 ਮਹੀਨੇ ਦੀ ਸੀ। ਦੁਕਾਨਦਾਰ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ। ਉਸ ਕੈਲੰਡਰ ਦੀ ਇੱਕ ਨੁੱਕਰ ਵਿੱਚ ਉਹਦਾ ਮੰਦਿਰ ਵੀ ਬਣਿਆ ਹੋਇਆ ਦਿਖਾਇਆ ਗਿਆ ਸੀ। ਦੁਕਾਨਦਾਰ ਦੇ ਦੱਸਣ ਅਨੁਸਾਰ ਇਸ ਮੰਦਿਰ ਦੀ ਬਹੁਤ ਮਾਨਤਾ ਹੈ। ਅੰਗਰੇਜ਼ਾਂ ਦੀ ਹੋਰ ਵੱਡੀ ਦੇਣ ਥਾਂ ਥਾਂ ਸਕੂਲ ਤੇ ਕਾਲਜ ਖੋਲ੍ਹਣੇ ਸਨ। ਜੇ ਅੰਗਰੇਜ਼ ਮਨ ਵਿੱਚ ਰਾਜਨੀਤਿਕ ਬਦੀ ਰੱਖਦੇ ਤੇ ਲੋਕਾਂ ਦੇ ਪੜ੍ਹਨ ਲਿਖਣ ਦਾ ਪ੍ਰਬੰਧ ਨਾ ਕਰਦੇ ਤਾਂ ਅਜੇ ਹੋਰ 50 ਸਾਲ ਤੱਕ ਰਾਜ ਕਰ ਸਕਦੇ ਸਨ। ਅੰਗਰੇਜ਼ਾਂ ਨੇ ਹੀ ਭਾਰਤੀਆਂ ਨੂੰ ਅੰਗਰੇਜ਼ੀ ਦਵਾਈਆਂ ਦੇ ਇਲਾਜ ਤੋਂ ਜਾਣੂ ਕਰਵਾਇਆ, ਨਹੀਂ ਤਾਂ ਲੱਖਾਂ ਲੋਕ ਸਾਲ ਬੇਮੌਤ ਮਰ ਜਾਂਦੇ ਸਨ। ਇੱਥੋਂ ਦੇ ਲੋਕ ਤਾਂ ਐਡੇ ਜਾਹਲ ਸਨ ਕਿ ਜਦੋਂ 1914 ਵਿੱਚ ਪਲੇਗ ਪਈ ਤਾਂ ਅੰਗਰੇਜ਼ਾਂ ਨੇ ਸਰਕਾਰੀ ਖਰਚੇ ਤੇ ਲੋਹੇ ਦੇ ਰੋਸ਼ਨਦਾਨ ਬਣਵਾ ਕੇ ਮੁਫਤ ਲੋਕਾਂ ਦੇ ਘਰਾਂ ਵਿੱਚ ਲਵਾਏ, ਤਾਂ ਕਿ ਰੋਸ਼ਨਦਾਨਾਂ ਥਾਣੀ ਹਨੇਰੇ ਕਮਰਿਆਂ ਵਿੱਚ ਧੁੱਪ ਪਵੇ ਤੇ ਚਾਨਣ ਵੀ ਹੋਵੇ, ਤੇ ਚੂਹੇ ਜਿਹੜੇ ਹਨੇਰੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ ਬਾਹਰ ਖੇਤਾਂ ਵੱਲ ਭੱਜ ਜਾਣ। ਸਰਕਾਰੀ ਕਰਮਚਾਰੀ ਰੋਸ਼ਨਦਾਨ ਲਾ ਕੇ ਅਜੇ ਪਿੰਡੋਂ ਬਾਹਰ ਹੀ ਹੁੰਦੇ ਕਿ ਲੋਕ ਝੱਟ ਰੋਸ਼ਨਦਾਨ ਪੁੱਟ ਕੇ ਉਹਦੀ ਥਾਂ ਫਿਰ ਬੰਦ ਕਰ ਦਿੰਦੇ। ਅਖੇ ਇਹ ਅੰਗਰੇਜ਼ਾਂ ਦੀ ਚਾਲ ਹੈ ਤਾਂ ਕਿ ਚੋਰ ਸੌਖੇ ਹੀ ਘਰਾਂ ਵਿੱਚ ਵੜ ਕੇ ਲੁੱਟ ਕੇ ਲੈ ਜਾਣ। ਚੂਹੇ ਨੂੰ ਪਿੱਸੂ ਚਿੰਬੜੇ ਹੁੰਦੇ ਹਨ ਜਿਹੜੇ ਪਲੇਗ ਫੈਲਾਉਣ ਦਾ ਕਾਰਨ ਹੁੰਦੇ ਹਨ, ਕਿਉਂਕਿ ਬਿੱਲੀ ਚੂਹੇ ਨੂੰ ਖਾਂਦੀ ਹੈ ਤੇ ਪਲੇਗ ਤੋਂ ਬਚਾਅ ਹੁੰਦਾ ਹੈ। ਇਸੇ ਲਈ ਹੀ ਬ੍ਰਾਹਮਣ ਨੇ ਬਿੱਲੀ ਨੂੰ ਮਾਰਨ ਤੇ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਕਰਨ ਦਾ ਉਪਾਅ ਪ੍ਰਚਲਿਤ ਕੀਤਾ, ਤਾਂ ਕਿ ਡਰ ਨਾਲ ਲੋਕ ਬਿੱਲੀਆਂ ਨਾ ਮਾਰਨ, ਤੇ ਜੇ ਕਿਸੇ ਕੋਲੋਂ ਮਰ ਜਾਵੇ ਤਾਂ ਉਹ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਵਜੋਂ ਦੇਵੇ। ਇਸ ਨਾਲ ਦੋਹਰਾ ਫਾਇਦਾ ਹੈ, ਜਿਵੇਂ ਹਾਥੀ ਜੀਂਦੇ ਦਾ ਲੱਖ ਤੇ ਮਰੇ ਦਾ 1.25 ਲੱਖ। ਅੰਗਰੇਜ਼ਾਂ ਨੇ ਦੂਰਦਰਸ਼ਿਤਾ ਨਾਲ ਨਹਿਰਾਂ ਕੱਢ ਕੇ ਗੰਜੀ ਬਾਰ ਤੇ ਨੀਲੀ ਬਾਰ ਆਦਿ ਬਾਰਾਂ ਆਬਾਦ ਕੀਤੀਆਂ। ਇੱਧਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਤੇ ਗੁਰਦਾਸਪੁਰੋਂ ਥੋੜੀਆਂ ਥੋੜੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਆਬਾਦਕਾਰ ਬਣਾ ਕੇ ਬਾਰਾਂ ਵਿੱਚ ਵਸਾਇਆ। ਸਿੱਖ ਬਹੁਤ ਹੀ ਸੌਖੇ ਹੋ ਗਏ ਤੇ ਚੰਗੀ ਰੋਟੀ ਖਾਣ ਲੱਗ ਪਏ, ਨਹੀਂ ਤਾਂ ਜਲੰਧਰ ਕਿਹੜੀ ਫਸਲ ਹੁੰਦੀ ਸੀ। ਖੂਹਾਂ ਦੀ ਵਾਹੀ ਵਿੱਚ 140 ਟਿੰਡਾਂ ਪੈਂਦੀਆਂ ਸਨ। ਚੂਹੀ ਮੂਤਣ ਜਿੰਨਾ ਪਾਣੀ ਆਉਂਦਾ ਸੀ। 2 ਫਸਲਾਂ ਗਵਾਰਾ ਤੇ ਮੋਠ ਹੁੰਦੇ ਸਨ। ਖੂਹਾਂ ਤੇ ਅੰਬਾਂ ਦੇ ਬੂਟੇ ਹੁੰਦੇ ਸਨ, ਜਿਨ੍ਹਾਂ ਨੂੰ ਦੇਸੀ ਛੋਟੀਆਂ ਖੱਟੀਆਂ ਟੀਟ ਅੰਬੀਆਂ ਲੱਗਦੀਆਂ ਸਨ। ਜਦੋਂ ਕਿਸੇ ਦੁਆਬਣ ਕੁੜੀ ਦੀ ਕਿਸਮਤ ਖੁੱਲ੍ਹਦੀ, ਵਿਆਹ ਕਰਵਾ ਕੇ ਵਲੈਤ ਜਾਣ ਦਾ ਮੌਕਾ ਬਣਦਾ, ਤਾਂ ਉਹਦੀਆਂ ਸਹੇਲੀਆਂ ਉਹਨੂੰ ਦੁਆਬੇ ਦੀ ਇੱਕੋ ਇੱਕ ਸੁਗਾਤ ਖੱਟੀਆਂ ਅੰਬੀਆਂ ਦੀ ਯਾਦ ਦਿਵਾਉਂਦੀਆਂ, ਬੋਲੀ ਪਾਉਂਦੀਆਂ, ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇਂਗੀ। ਦੁਆਬੇ ਵਿੱਚ ਰਹਿਣ ਸਹਿਣ ਦਾ ਪੱਧਰ ਬਹੁਤ ਨੀਵਾਂ ਸੀ। 14-15 ਸਾਲਾਂ ਤੱਕ ਦੀਆਂ ਕੁੜੀਆਂ ਵੀ ਝੱਗਾ ਤੇ ਕੱਛਾ ਪਾਉਂਦੀਆਂ ਸਨ। ਬੰਦੇ ਲੰਗੋਟੀ ਲਾਉਂਦੇ, ਤੇ ਜੇ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਤਾਂ ਖੱਦਰ ਦੇ ਰੇਜੇ ਦੀ ਧੋਤੀ ਬੰਨ੍ਹਦੇ, ਜਿਹੜੀ ਗੋਡਿਆਂ ਤੱਕ ਹੁੰਦੀ। ਵਿਆਹ ਸ਼ਾਦੀਆਂ ਵਿੱਚ ਸਾਰੇ ਪਿੰਡ ਵਿੱਚੋਂ 7-8 ਦਿਨ ਪਹਿਲਾਂ ਲੱਸੀ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ। ਫਿਰ ਇੱਕ ਟੋਆ ਪੁੱਟ ਕੇ ਵਿੱਚ ਰੇਜਾ ਭਾਵ ਖੱਦਰ ਦੀ ਤਾਣੀ ਦਾ ਕੱਪੜਾ ਵਿਛਾ ਕੇ ਉਹਦੇ ਵਿੱਚ ਰੋਜ਼ ਲੱਸੀ ਪਾਈ ਜਾਂਦੇ। ਪਾਣੀ ਜੀਰ ਜਾਂਦਾ ਤੇ ਸੰਘਣਾ ਜਿਹਾ ਦਹੀਂ ਵਿੱਚ ਜਮ੍ਹਾਂ ਹੋ ਜਾਂਦਾ, ਜਾਂ ਇਹ ਰੇਜਾ ਲੱਸੀ ਪਾ ਕੇ ਕਿੱਲੀ ਨਾਲ ਟੰਗ ਦਿੰਦੇ ਤੇ ਇਸ ਤਰ੍ਹਾਂ ਵੀ ਪਾਣੀ ਨੁੱਚੜ ਜਾਂਦਾ।
ਵਿਆਹ ਵਾਲੇ ਦਿਨ ਘਰ ਦੀਆਂ ਕੱਢੀਆਂ ਹੋਈਆਂ ਪਕੌੜੀਆਂ ਚਾਟੀ ਵਿੱਚ ਪਾ ਕੇ ਉਹ ਦਹੀਂ ਜਿਹਾ ਪਾਇਆ ਜਾਂਦਾ। ਫਿਰ ਅਖੀਰਲੇ ਦਿਨ ਦੀ ਲੱਸੀ ਵਿੱਚ ਪਾ ਕੇ ਲੂਣ ਤੇ ਮਿਰਚਾਂ ਪਾ ਕੇ ਹਿਲਾਉਂਦੇ। ਖੱਟਾ ਤਿਆਰ ਹੋ ਜਾਂਦਾ ਸੀ। ਜੇ ਕਿਸੇ ਨੂੰ ਖੱਟਾ ਨਾ ਮਿਲਦਾ ਤਾਂ ਉਹ ਰੁੱਸ ਕੇ ਵਿਆਹ ਵਿੱਚੋਂ ਜਾਣ ਤੱਕ ਤਿਆਰ ਹੋ ਜਾਂਦਾ। ਮੇਰੇ ਨਾਨਕਿਆਂ ਦੇ ਪਿੰਡ ਨਕੋਦਰ ਖੱਟੇ ਤੋਂ ਰੁੱਸ ਕੇ ਹੀ ਮੇਰਾ ਮਾਸੜ ਚਲਾ ਗਿਆ ਸੀ। ਅਖੇ ਮੈਨੂੰ ਖੱਟਾ ਨਹੀਂ ਪਾਇਆ। ਜੇ ਕੋਈ ਜ਼ਿਆਦਾ ਚਿਰ ਤੱਕ ਪੰਗਤ ਵਿੱਚ ਬੈਠਾ ਰਹਿੰਦਾ ਤਾਂ ਵਿੱਚੋਂ ਹੀ ਕੋਈ ਪ੍ਰਾਹੁਣਾ ਆ ਕੇ ਕਹਿੰਦਾ, ਚੱਲ ਉੱਠ ਹੁਣ ਖੱਟਾ ਉਡੀਕਦਾ। ਜਲੰਧਰ ਜ਼ਿਲ੍ਹੇ ਦੀ ਸਾਰੀ ਜ਼ਮੀਨ ਉੱਚੇ ਨੀਵੇਂ ਟਿੱਬਿਆਂ ਵਾਲੀ ਸੀ, ਜਿਸ ਨੂੰ ਕਦੇ ਕਿਸੇ ਨੇ ਵਾਹਿਆ ਨਹੀਂ ਸੀ। ਦੂਰੋਂ ਵੇਖਣ ਤੇ ਕਾਹੀ ਫੁੱਲੀ ਹੋਈ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਦਰਿਆ ਦੇ ਕੰਢੇ ਦੀ ਨਿਕਾਸੀ ਜ਼ਮੀਨ ਹੋਵੇ। ਪਰ ਇਹਨਾਂ ਟਿੱਬਿਆਂ ਦੇ 3-3 ਮੀਲ ਤੇ ਕੋਈ ਆਬਾਦੀ ਨਹੀਂ ਸੀ ਤੇ ਨਾ ਹੀ ਲਾਗੇ ਪਾਣੀ ਦਾ ਕੋਈ ਖੂਹ ਸੀ। ਅਰਬ ਦੇਸ਼, ਦੁਬਈ ਅਤੇ UAE ਦੇ ਦੇਸ਼ਾਂ ਵਿੱਚ ਬਿਲਕੁਲ ਐਸੇ ਤਰ੍ਹਾਂ ਦੇ ਹੀ ਟਿੱਬੇ ਹਨ। ਇਹਨਾਂ ਦੇਸ਼ਾਂ ਵਿੱਚ ਕੋਈ ਸੈਰ ਕਰਨ ਵਾਸਤੇ ਜਾਵੇ ਤਾਂ ਉਚੇਚੇ ਤੌਰ ਤੇ ਉਸ ਨੂੰ ਇਹ ਟਿੱਬੇ ਵਿਖਾਏ ਜਾਂਦੇ ਹਨ ਤੇ ਇਸ ਦਾ ਨਾਂ ਉਹਨਾਂ ਨੇ ਡੈਜ਼ਰਟ ਸਫਾਰੀ ਰੱਖਿਆ ਹੋਇਆ ਹੈ। ਇਹਨਾਂ ਟਿੱਬਿਆਂ ਥੱਲੇ ਤੇਲ ਹੈ ਜੋ ਅੱਜ ਦੇ ਯੁੱਗ ਵਿੱਚ ਸੋਨੇ ਤੋਂ ਵੀ ਵੱਧ ਕੀਮਤੀ ਹੈ। ਪਰ ਦੁਆਬੇ ਦੇ ਟਿੱਬੇ ਹਰ ਤਰ੍ਹਾਂ ਨਾਲ ਨਿਕੰਮੇ ਸਨ। ਨਾ ਥੱਲੇ ਤੇਲ ਤੇ ਨਾ ਉੱਤੇ ਉਪਜਾਊ ਧਰਤੀ। ਥੋੜੀ ਬਹੁਤ ਹਵਾ ਵਗਣ ਤੇ ਵੀ ਬੀਜੀ ਹੋਈ ਫਸਲ ਰੇਤ ਥੱਲੇ ਆ ਕੇ ਦੱਬੀ ਜਾਂਦੀ। ਇਹ ਕਰਬਲਾ ਦੇ ਮੈਦਾਨ ਵਰਗਾ ਇਲਾਕਾ ਸੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਹਸਨ ਤੇ ਹੁਸੈਨ ਮੈਦਾਨੇ ਜੰਗ ਵਿੱਚ ਪਾਣੀ ਨਾ ਮਿਲਣ ਖੁਣੋਂ ਸ਼ਹੀਦ ਹੋ ਗਏ ਸਨ। ਕਿਉਂਕਿ ਪਾਣੀ ਚਮੜੇ ਦੀਆਂ ਮਸ਼ਕਾਂ ਵਿੱਚ ਸੀ ਤੇ ਕਰਬਲਾ ਦੇ ਮਾਰੂਥਲ ਵਿੱਚ ਕੋਹੜ ਕਿਰਲੇ ਬਹੁਤ ਹੁੰਦੇ ਹਨ। ਉਹਨਾਂ ਕੋਹੜ ਕਿਰਲਿਆਂ ਨੇ ਮਸ਼ਕਾਂ ਟੁੱਕ ਦਿੱਤੀਆਂ ਤੇ ਸਾਰਾ ਪਾਣੀ ਰੇਤ ਵਿੱਚ ਵਗ ਗਿਆ। ਹੁਣ ਵੀ ਹਰ ਸਾਲ ਸ਼ੀਆ ਮੁਸਲਮਾਨ ਇਹਨਾਂ ਦਰਦਨਾਕ ਮੌਤਾਂ ਕਰਕੇ ਮੁਹਰਮ ਦੇ ਦਿਨਾਂ ਵਿੱਚ ਹੁੱਸੇ ਪਿੱਟਦੇ ਤੇ ਅੰਗਿਆਰਿਆਂ ਨੂੰ ਜ਼ਮੀਨ ਤੇ ਵਿਛਾ ਕੇ ਉਹਨਾਂ ਉੱਤੇ ਨੰਗੇ ਪੈਰੀਂ ਤੁਰਦੇ ਹਨ ਤੇ ਸੰਗਲੀਆਂ ਨਾਲ ਲੱਗੀਆਂ ਛੁਰੀਆਂ ਆਪਣੇ ਪਿੰਡੇ ਤੇ ਮਾਰਦੇ ਹਨ, ਜਿਸ ਨਾਲ ਛੁਰੀਆਂ ਸਰੀਰ ਦੇ ਮਾਸ ਵਿੱਚ ਧੱਸ ਜਾਂਦੀਆਂ ਹਨ ਤੇ ਜਦੋਂ ਸੰਗਲੀ ਪੁੱਟਦੇ ਹਨ ਤਾਂ ਨਾਲ ਹੀ ਪਿੰਡੇ ਦਾ ਮਾਸ ਵੀ ਬਾਹਰ ਆ ਜਾਂਦਾ ਹੈ। ਬਜ਼ੁਰਗ ਛਾਤੀ ਪਿੱਟਦੇ ਹਨ ਤੇ ਮਰ ਗਏ ਸੱਜਣ ਧਿਆਏ ਜੀ, ਵਾਹ ਵਾਹ ਸ਼ੇਰਾਂ ਦੇ ਵਾਹ ਵਾਹੇ ਵਾਹ। ਇਸ ਤਰ੍ਹਾਂ ਜਵਾਨ ਲਹੂ ਲੁਹਾਨ ਤੇ ਬੁੱਢੇ ਪਿੱਟ ਪਿੱਟ ਕੇ ਆਪਣੀਆਂ ਛਾਤੀਆਂ ਨੀਲੀਆਂ ਕਰ ਦਿੰਦੇ ਹਨ। ਮੁਸਲਮਾਨ ਇਸ ਜਲੂਸ ਦੇ ਅੱਗੇ ਅੱਗੇ ਇੱਕ ਉੱਚਾ ਸਾਰਾ ਝੰਡਾ ਲੈ ਕੇ ਚੱਲਦੇ ਹਨ ਤੇ ਜੇ ਕੋਈ ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਮਸਜਿਦ ਦੀ ਬੁਰਜੀ ਨੁਮਾ ਝੰਡਾ ਨਹੀਂ ਝੁਕਾਉਂਦੇ, ਸਗੋਂ ਉਹ ਰੁਕਾਵਟ ਦੂਰ ਕਰ ਦਿੰਦੇ ਹਨ। ਹਿੰਦੂ ਤੇ ਮੁਸਲਮਾਨਾਂ ਦੀਆਂ ਬਹੁਤੀਆਂ ਲੜਾਈਆਂ ਤਾਜ਼ੀਆਂ ਕੱਢਣ ਤੋਂ ਹੀ ਹੁੰਦੀਆਂ ਸਨ। ਹਿੰਦੂ ਤੇ ਮੁਸਲਮਾਨਾਂ ਦੀਆਂ ਬਹੁਤੀਆਂ ਲੜਾਈਆਂ ਤਾਜ਼ੀਆ ਕੱਢਣ ਤੋਂ ਹੀ ਹੁੰਦੀਆਂ ਸਨ, ਜਿਨ੍ਹਾਂ ਵਿੱਚ ਸੈਂਕੜੇ ਆਦਮੀ ਮਰਦੇ ਤੇ ਜ਼ਖਮੀ ਹੋ ਜਾਂਦੇ ਸਨ। ਕਿਉਂਕਿ ਤਾਜ਼ੀਏ ਦੇ ਅੱਗੇ ਜੇ ਪਿੱਪਲ ਦਾ ਟਾਹਣ ਆ ਜਾਵੇ ਤਾਂ ਮੁਸਲਮਾਨ ਉਸ ਟਾਹਣ ਨੂੰ ਵੱਢ ਦਿੰਦੇ ਸਨ ਤੇ ਹਿੰਦੂ ਪਿੱਪਲ ਨੂੰ ਦੇਵਤਾ ਮੰਨਦੇ ਹਨ ਤੇ ਵੱਢਣ ਨਹੀਂ ਸਨ ਦਿੰਦੇ। ਬਸ ਇੱਥੋਂ ਹੀ ਲੜਾਈ ਹੋ ਜਾਂਦੀ ਸੀ। ਸਿਰਲੇਖ ਆਜ਼ਾਦ ਭਾਰਤ ਵਿੱਚ ਗੁਲਾਮ ਸਿੱਖ। ਜਿਹੜੀ ਕਹਾਣੀ ਮੈਂ ਇੱਥੇ ਲਿਖਣ ਲੱਗਾ ਹਾਂ ਉਹ ਇਕੱਲੇ ਮੇਰੇ ਪਰਿਵਾਰ ਦੀ ਹੀ ਨਹੀਂ, ਲੱਖਾਂ ਪਰਿਵਾਰਾਂ ਨਾਲ ਸਾਡੇ ਵਾਲਾ ਹੀ ਹਾਲ ਹੋਇਆ ਸੀ। ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਛੱਡ ਕੇ ਆਉਣ ਵਾਲੇ ਕੱਖਾਂ ਤੋਂ ਵੀ ਹੌਲੇ ਹੋਏ ਪਏ ਸਨ। ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ ਵਾਂਗ ਸਿੱਖ ਲੀਡਰਾਂ ਦੀ ਗਲਤੀ ਦਾ ਖਮਿਆਜਾ ਵਿਚਾਰੇ ਸਧਾਰਨ ਲੋਕ ਭੁਗਤ ਰਹੇ ਸਨ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਜੂਆਂ ਵਾਲੇ ਦਾ ਕੀ ਗਿਆ। ਢੱਗੀ ਨਾ ਵੱਛੀ ਤੇ ਨੀਂਦ ਆਵੇ ਅੱਛੀ।
ਇਹ ਦੋਵੇਂ ਲੀਡਰ ਤੇ ਉਧਰ ਵੀ ਦਰੂਦ ਦੇ ਟੁਕੜਿਆਂ ਤੇ ਹੀ ਪਲਦੇ ਸਨ। ਕਦੇ ਬਲਦੇਵ ਸਿੰਘ ਕੋਲੋਂ ਪੈਸੇ ਲੈ ਲਏ ਤੇ ਕਦੇ ਕਿਸੇ ਹੋਰ ਸਰਮਾਏਦਾਰ ਕੋਲੋਂ। ਬਲਦੇਵ ਸਿੰਘ ਤਾਂ 500 ਰੁਪਈਆ ਗਿਆਨੀ ਕਰਤਾਰ ਸਿੰਘ ਨੂੰ ਦਿੰਦੇ ਸਨ। ਕਹਿੰਦੇ ਹਨ ਦੁੱਧ ਉਹਦਾ ਜਿਹੜਾ ਉਬਲਣ ਤੋਂ ਪਹਿਲਾਂ ਸਾਂਭ ਲਵੇ। ਸਾਨੂੰ ਤਾਂ ਇਹ ਵੀ ਪਤਾ ਨਾ ਲੱਗ ਸਕਿਆ ਕਿ ਦੁੱਧ ਉਬਾਲਣ ਲਈ ਕਦੋਂ ਦਾ ਧਰਿਆ ਹੋਇਆ ਹੈ। ਸਾਂਭਣਾ ਸਵਾਹ ਸੀ। ਆਪਣੀ ਹੀ ਧੋਤੀ ਵਿੱਚ ਅੜ ਕੇ ਡਿੱਗਣ ਵਾਲੇ ਲੋਕ ਹੁਣ ਹੁਕਮਰਾਨ ਬਣ ਗਏ ਸਨ ਤੇ ਅਸੀਂ ਪਨਾਹਗੀਰ ਤੇ ਰਫਿਊਜੀ। ਪਾਕਿਸਤਾਨ ਬਣਨ ਤੋਂ ਪਹਿਲਾਂ ਤਾਂ ਸਿੱਖ ਰਾਜਨੀਤੀ ਦਾ ਇਹ ਹਾਲ ਸੀ ਜਿਵੇਂ ਲੰਬੜਾ ਨੱਚੇ, ਗੂੰਗਾ ਗਾਏ ਤੇ ਲੂੰਜਾ ਢੋਲ ਵਜਾਏ। ਮਾਮੂਲੀ ਸਕੂਲ ਮਾਸਟਰ ਤਾਂ ਸਿੱਖ ਦੇ ਲੀਡਰ ਸਨ। ਸਿੱਖਾਂ ਦੀ ਗੱਲ ਵੱਲ ਕਿਹਨੇ ਧਿਆਨ ਦੇਣਾ ਸੀ? ਫਿਰ ਉਹਨਾਂ ਲੀਡਰਾਂ ਸਾਹਮਣੇ ਜਿਹੜੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਤੇ ਨਾਮੀ ਵਕੀਲ ਸਨ, ਇਹਨਾਂ ਟੁੱਚੀ ਜਿਹੇ ਲੀਡਰਾਂ ਦੀ ਤਾਂ ਉਹਨਾਂ ਸਾਹਮਣੇ ਬੋਲਣ ਲੱਗਿਆਂ ਵੀ ਘਿੱਗੀ ਵੱਜ ਜਾਂਦੀ ਸੀ। ਸਿੱਖਾਂ ਦਾ ਕੇਸ ਇਹਨਾਂ ਨੇ ਉਹਨਾਂ ਨੂੰ ਕੀ ਸਮਝਾਉਣਾ ਸੀ? करेंगे किसी की वो क्या रहनुमाई, लुटा के जो काफिला खुद का आ गए हैं। ਸਿਆਣੇ ਕਹਿੰਦੇ ਹਨ ਕਿ ਜਦੋਂ ਸਮੁੰਦਰ ਵਿੱਚ ਤੂਫਾਨ ਆਉਂਦਾ ਹੈ ਤਾਂ ਜਹਾਜ਼ ਡੁੱਬਦੇ ਹਨ, ਸਮੁੰਦਰ ਦੀਆਂ ਮੱਛੀਆਂ ਨਹੀਂ। ਮਾਸਟਰ ਤਾਰਾ ਸਿੰਘ ਤੇ ਕਰਤਾਰ ਸਿੰਘ ਗਿਆਨੀ ਜੂਆਂ ਵਾਲੇ ਦਾ ਕੀ ਗਿਆ? ਉਹ ਤਾਂ ਫਿਰ ਇੱਧਰ ਆ ਕੇ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਪਰ ਲੱਖਾਂ ਲੋਕਾਂ ਦਾ ਬੇੜਾ ਇਹਨਾਂ ਨੇ ਗਰਕ ਕਰ ਦਿੱਤਾ ਤੇ ਮੌਜਾਂ ਕਰਦੇ ਲੋਕ ਕੌਡੀ ਕੌਡੀ ਦੇ ਮੁਤਾਜ ਹੋ ਗਏ। ਸਾਨੂੰ ਪਾਕਿਸਤਾਨ ਵਿੱਚੋਂ ਛੱਡ ਕੇ ਆਉਣ ਵਾਲੀ ਜ਼ਮੀਨ ਦੇ ਵੱਟੇ ਇੱਧਰ 106 ਏਕੜ ਜ਼ਮੀਨ ਅਲਾਟ ਹੋਈ। ਇਹ ਜ਼ਮੀਨ ਵੀ ਕਰਬਲਾ ਦੇ ਮੈਦਾਨ ਵਰਗੀ ਸੀ। ਇਸ ਵਿੱਚ ਇੱਕ ਟਿੱਬਾ ਸੀ ਜਿਹਦਾ ਨਾਂ ਸ਼ੌਹ ਬੱਗਾ ਸੀ। ਇੱਥੋਂ ਦੇ ਰਹਿਣ ਵਾਲੇ ਦੁਆਬੀਏ ਸੁਣਾਉਂਦੇ ਹੁੰਦੇ ਸਨ ਕਿ ਇੱਕ ਵਾਰ ਇੱਕ ਪਠਾਨ ਇਸ ਟਿੱਬੇ ਦੇ ਹਲ ਵਾਹੁਣ ਗਿਆ ਤੇ ਬਹੁਤ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਤੱਕ ਹਲ ਵਾਹੁੰਦਾ ਰਿਹਾ। ਪਠਾਣੀ ਮਗਰ ਰੋਟੀ ਲੈ ਕੇ ਗਈ। ਪਠਾਨ ਨੇ ਹਲ ਖੜਾ ਕੀਤਾ ਤੇ ਰੋਟੀ ਖਾਣ ਲੱਗ ਪਿਆ। ਹਲਵਾਕਾਂ ਨੂੰ ਆਦਤ ਹੁੰਦੀ ਹੈ ਕਿ ਹਲ ਦੀ ਜੰਗੀ ਜਿਸ ਦੇ ਥੱਲੇ ਲੋਹੇ ਦਾ ਫਾਲਾ ਹੁੰਦਾ ਹੈ ਤੇ ਉਸ ਫਾਲੇ ਨਾਲ ਹੀ ਜ਼ਮੀਨ ਪੁੱਟ ਹੁੰਦੀ ਹੈ ਦੇ ਲਾਗੇ ਹੀ ਬਹਿ ਕੇ ਰੋਟੀ ਖਾਂਦੇ ਹਨ ਤਾਂ ਕਿ ਬੌਲਦ ਆਪਣੇ ਆਪ ਨਾ ਤੁਰ ਪੈਣ ਤੇ ਉਹ ਲੋਹੇ ਦਾ ਤਿੱਖਾ ਫਾਲਾ ਬੌਲਦ ਦੇ ਪੈਰ ਵਿੱਚ ਵੱਜ ਕੇ ਬੌਲਦ ਫਾਲਿਆ ਭਾਵ ਜ਼ਖਮੀ ਨਾ ਜਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮਹੀਨਾ ਔਲਾਦ ਬੌਲਦ ਵਗਣ ਦੇ ਕਾਬਲ ਨਹੀਂ ਰਹਿੰਦਾ ਤੇ ਲੰਗੜਾਉਂਦਾ ਰਹਿੰਦਾ ਹੈ। ਪਠਾਣੀ ਨੇ ਵੀ ਲਾਗੇ ਹੀ ਲੱਸੀ ਵਾਲਾ ਡੋਲੂ ਰੱਖ ਦਿੱਤਾ। ਪਠਾਨ ਰੋਟੀ ਖਾ ਰਿਹਾ ਸੀ। ਬੌਲਦ ਨੇ ਅਚਾਨਕ ਮੱਖੀ ਝੱਲਣ ਲਈ ਪੂਛ ਮਾਰੀ ਤੇ ਡੋਲੂ ਦਾ ਕੰਢਾ ਜਾਂ ਕੁੰਡਾ ਉਹਦੀ ਪੂਛ ਦੇ ਵਾਲਾਂ ਨਾਲ ਅੜ ਕੇ ਮੂਧਾ ਹੋ ਗਿਆ। ਪਠਾਨ ਦੇ ਸੰਘ ਵਿੱਚ ਬੁਰਕੀ ਫਸ ਗਈ। ਉਹ ਜੀ ਭਿਆਣਾ ਪਹਿਲਾਂ ਸਾਡੇ ਹੀ ਪਿੰਡ ਵੱਲ ਨੱਠਾ, ਪਰ ਫਰਲਾਂਗ ਕਿਤੇ ਜਾ ਕੇ ਉਸਨੇ ਸੋਚਿਆ ਕਿ ਇਹ ਦੂਰ ਹੈ, ਪਹੁੰਚ ਨਹੀਂ ਸਕਾਂਗਾ। ਫਿਰ ਉਹ ਵਰਿਆਣੇ ਨਾਂ ਦੇ ਪਿੰਡ ਵੱਲ ਭੱਜਾ, ਉਹ ਵੀ ਉਹਨੂੰ ਦੂਰ ਲੱਗਾ। ਫਿਰ ਸੰਗਲ ਸੋਹਲ ਪਿੰਡ ਵੱਲ ਭੱਜਾ, ਉਸਨੂੰ ਵੀ ਦੂਰ ਸਮਝ ਕੇ ਅਖੀਰ ਜਦੋਂ ਉਹ ਨਾਹਲਾ ਪਿੰਡ ਵਾਲੇ ਪਾਸੇ ਨੂੰ ਦੌੜਿਆ ਤਾਂ ਉਹ ਵੀ ਉਨੀ ਹੀ ਦੂਰ ਲੱਗਾ। ਉਹਨੇ ਚਿਰ ਤੱਕ ਉਹ ਜ਼ਿਆਦਾ ਹੀ ਬੇਹਾਲ ਹੋ ਚੁੱਕਾ ਸੀ ਤੇ ਅਖੀਰ ਉਹ ਡਿੱਗ ਪਿਆ ਤੇ ਸ਼ੌਹ ਬੱਗੇ ਟਿੱਬੇ ਉੱਤੇ ਹੀ ਦਮ ਤੋੜ ਗਿਆ। ਇਹ ਸ਼ੌਹ ਬੱਗਾ ਟਿੱਬਾ ਸਾਡੀ ਜ਼ਮੀਨ ਦੇ ਐਨ ਵਿਚਕਾਰ ਸਥਿਤ ਸੀ। ਜਦੋਂ ਸਾਨੂੰ ਜ਼ਮੀਨ ਦੀ ਅਲਾਟਮੈਂਟ ਹੋ ਗਈ ਤੇ ਦਖਲ ਦੇਣ ਪਟਵਾਰੀ ਨੇ ਤੇ ਕਾਨੂੰਗੋ ਆਏ ਤਾਂ ਉਹ ਮੇਰੇ ਪਿਤਾ ਜੀ ਨੂੰ ਉਸ ਜ਼ਮੀਨ ਵਿੱਚ ਲੈ ਗਏ ਤੇ ਕਿਹਾ ਇਹ 106 ਏਕੜ ਜ਼ਮੀਨ ਤੁਹਾਡੀ ਹੈ। ਇਹ ਸੁਣਦਿਆਂ ਹੀ ਜਦੋਂ ਮੇਰੇ ਪਿਤਾ ਜੀ ਨੇ ਜ਼ਮੀਨ ਵੱਲ ਨਿਗਾਹ ਮਾਰੀ ਤਾਂ ਉਹਨਾਂ ਨੂੰ ਗਸ਼ ਪੈ ਗਈ, ਕਿਉਂਕਿ ਇਹਦੇ ਮੁਕਾਬਲੇ ਵਿੱਚ ਅਸੀਂ ਜਿਹੜੀ ਜ਼ਮੀਨ ਲਾਇਲਪੁਰ ਛੱਡ ਕੇ ਆਏ ਸਾਂ ਉਹ ਲਾਇਲਪੁਰ ਸ਼ਹਿਰ ਦੀਆਂ ਕੰਧਾਂ ਦੇ ਨਾਲ ਸੀ
ਤੇ 5 ਮੁਰੱਬੇ ਸਾਡੀ ਜ਼ਮੀਨ ਇਕੱਠੀ 1 ਟੱਕ ਸੀ ਤੇ 5 ਮੁਰੱਬਿਆਂ ਨੂੰ ਵੱਖਰਾ ਨਹਿਰ ਦਾ ਮੋਗਾ ਲੱਗਾ ਹੋਇਆ ਸੀ। ਉੱਥੇ ਹਰ 5 ਮੁਰੱਬੇ ਵਿੱਚ ਇੱਕ ਵੱਖਰਾ ਮੋਗਾ ਸੀ। ਲਾਇਲਪੁਰ ਦੇ 2 ਬਾਜ਼ਾਰਾਂ ਦਾ ਕੂੜਾ ਸਾਡੇ ਗੱਡੇ ਲਿਆ ਕੇ ਖੇਤਾਂ ਵਿੱਚ ਪਾਉਂਦੇ ਰਹਿੰਦੇ ਸਨ। ਇਹ ਸ਼ਹਿਰ ਛਤਰੀ ਦੀ ਤਰਜ਼ ਤੇ ਹੈ ਤੇ ਛਤਰੀ ਦੀਆਂ ਤਾਰਾਂ ਵਾਂਗ ਹੀ ਇਸ ਦੇ 8 ਬਾਜ਼ਾਰ ਹਨ ਤੇ ਵਿਚਕਾਰ ਘੰਟਾ ਘਰ ਹੈ। 2 ਬਾਜ਼ਾਰਾਂ ਦਾ ਕੂੜਾ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ, ਕੰਜਰਾਂਵਾਲਾ ਬਾਜ਼ਾਰ ਤੇ ਰੇਲ ਬਾਜ਼ਾਰ। ਉਦੋਂ ਫਲਸ਼ ਸਿਸਟਮ ਨਹੀਂ ਸੀ ਹੁੰਦਾ, ਇਸ ਲਈ ਗੰਦ ਮੈਲਾ ਨੂੰ ਚੁੱਕਣ ਵਾਲੇ, ਜਿਨ੍ਹਾਂ ਨੂੰ ਮੈਲਾ ਚੁੱਕਣ ਵਾਲੇ ਕਹਿੰਦੇ ਸਨ, ਘਰਾਂ ਵਿੱਚੋਂ ਲਿਆ ਕੇ ਸਾਡੇ ਪਹਿਲਾਂ ਤੋਂ ਖਲੋਤੇ 4 ਗੱਡਿਆਂ ਵਿੱਚ ਭਰ ਦਿੰਦੇ ਸਨ ਤੇ ਸਾਡੇ ਬੰਦੇ ਜਿਹੜੇ ਕਿ ਮੈਲਾ ਚੁੱਕਣ ਤੇ ਲਿਆਉਣ ਦਾ ਹੀ ਕੰਮ ਕਰਦੇ ਸਨ, ਉਹ 4 ਗੱਡੇ ਬਲਦ ਜੋ ਕੇ ਲੈ ਆਉਂਦੇ ਸਨ ਤੇ 4 ਖਾਲੀ ਗੱਡੇ ਉੱਥੇ ਖੜੇ ਕਰ ਆਉਂਦੇ ਸਨ। ਇਸ ਤਰ੍ਹਾਂ ਮੀਂਹ ਜਾਵੇ ਹਨੇਰੀ ਜਾਵੇ, ਇਹ ਕੰਮ ਨਿਰੰਤਰ ਚੱਲਦਾ ਰਹਿੰਦਾ ਸੀ। ਮਨੁੱਖਾਂ ਦਾ ਇਹ ਨਿਰੋਲ ਗੰਦ ਫਸਲਾਂ ਲਈ ਨਿਰਾ ਸੋਨਾ ਸੀ। ਗੋਭੀ ਤੇ ਆਲੂ ਸਾਡੇ ਖੇਤਾਂ ਵਿੱਚ ਉਲਰਦੇ ਆਉਂਦੇ ਸਨ। ਲਾਇਲਪੁਰ ਸ਼ਹਿਰ ਦੀ ਮਿਊਨਿਸਪਲ ਕਮੇਟੀ ਬਾਕਾਇਦਾ ਇਹਨਾਂ ਬਾਜ਼ਾਰਾਂ ਦੇ ਕੂੜੇ ਦੀ ਨਿਲਾਮੀ ਕਰਦੀ ਸੀ ਤੇ ਜ਼ਿਮੀਂਦਾਰਾਂ ਵੱਲੋਂ ਵੱਧ ਚੜ੍ਹ ਕੇ ਬੋਲੀ ਦਿੱਤੀ ਜਾਂਦੀ ਸੀ। ਹਰ ਕੋਈ ਇਹਨਾਂ ਬਾਜ਼ਾਰਾਂ ਦਾ ਕੂੜਾ ਲੈਣਾ ਚਾਹੁੰਦਾ ਸੀ, ਇਸ ਲਈ ਬੋਲੀ ਦਿੰਦਿਆਂ ਤਲਖੀ ਵੀ ਹੋ ਜਾਂਦੀ ਤੇ ਗੋਲੀ ਚੱਲਣ ਤੱਕ ਦੀ ਨੌਬਤ ਆਉਂਦੀ ਸੀ। ਕਈ ਵਾਰੀ ਮੁਕਾਬਲਾ ਕਰਦਿਆਂ ਕੂੜੇ ਦੀ ਨਿਲਾਮੀ ਦਾ ਮੁੱਲ ਦੁੱਗਣੇ ਤੋਂ ਵੀ ਵੱਧ ਜਾਂਦਾ ਸੀ। 2 ਮੁਰੱਬੇ ਜ਼ਮੀਨ ਸਾਡੀ ਨਵੇਂ ਪਿੰਡ ਸੀ, ਉਹ ਵੀ ਨਹਿਰ ਦੇ ਮੋਗੇ ਦੇ ਨਾਲ ਲੱਗਦੀ ਸੀ। ਗੱਲ ਕੀ 7 ਮੁਰੱਬੇ ਜ਼ਮੀਨ ਐਸੀ ਸੀ ਕਿ ਪੰਜਾਬੀ ਦੀ ਕਹਾਵਤ ਵਾਂਗ ਬੰਦਾ ਵੱਢ ਕੇ ਬੀਜਿਆ ਵੀ ਦੂਜੇ ਦਿਨ ਉੱਗ ਪੈਂਦਾ ਸੀ। ਤੇ ਇੱਥੇ ਕਰਬਲਾ ਦਾ ਟਿੱਬਾ ਸ਼ੌ ਬੱਗਾ ਮਿਲਿਆ। ਇੱਧਰ ਥੋੜੀ ਜਿਹੀ ਜ਼ਮੀਨ ਪਿੰਡ ਦੇ ਲਾਗੇ ਵੀ ਮਿਲੀ, ਪਰ ਉਹ ਖੂਹਾਂ ਦੀ ਸਿੰਜਾਈ ਵਾਲੀ ਸੀ। ਦੁਆਬੇ ਵਿੱਚ ਖੂਹ ਤੇ ਜੋਣ ਵਾਲੀ ਇੱਕ ਜੋੜੀ ਬਲਦ ਮਸਾਂ 2 ਸਾਲ ਕੱਢਦੀ ਸੀ ਤੇ ਉੱਪਰੋਂ ਥੱਲੇ ਖੂਹ ਵਿੱਚ ਵੇਖਿਆ ਪਾਣੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੂਰ ਅਸਮਾਨ ਵਿੱਚ ਕੋਈ ਤਾਰਾ ਲਿਸ਼ਕਦਾ ਹੋਵੇ। ਖੂਹ ਦੇ ਲਾਗੇ 2.5 ਏਕੜ ਫਸਲ ਪਲਦੀ ਸੀ। ਮੇਰੇ ਪਿਤਾ ਜੀ ਨੂੰ ਬਹੁਤ ਗਹਿਰਾ ਸਦਮਾ ਲੱਗਾ, ਪਰ ਕਰ ਕੀ ਸਕਦੇ ਸਨ। ਉਹਨਾਂ ਨੇ ਮਹਿਕਮਾ ਮੁੜ ਵਸਾਊ ਨੂੰ ਦਰਖਾਸਤ ਦੇ ਕੇ ਉਹ ਜ਼ਮੀਨ ਕੈਂਸਲ ਕਰਕੇ ਹੋਰ ਕਿਤੇ ਸ਼ਹਿਰ ਦੇ ਲਾਗੇ ਉਪਜਾਊ ਜ਼ਮੀਨ ਦੇਣ ਦੀ ਬੇਨਤੀ ਕੀਤੀ। 3-4 ਪਿੰਡ ਸ਼ੇਖਾ, ਕੋਟਲਾ, ਸੁੱਚੀ ਪਿੰਡ ਵਗੈਰਾ ਦੇ ਲੋਕਾਂ ਦੀ ਜ਼ਮੀਨ ਪਾਕਿਸਤਾਨ ਵਿੱਚ ਸ਼ਹਿਰ ਤੋਂ 16ਵੇਂ ਮੀਲ ਤੇ ਸੀ, ਪਰ ਇੱਥੇ ਉਹਨਾਂ ਨੂੰ ਸ਼ਹਿਰ ਦੇ ਮੁੱਢ ਜ਼ਮੀਨ ਪੈ ਗਈ ਤਾਂ ਸਰਕਾਰ ਨੇ ਉਹਨਾਂ ਨੂੰ 50% ਦੀ ਕੱਟ ਲਾਈ ਤੇ ਉਸ ਕੱਟ ਲੱਗਣ ਨਾਲ ਜਿਹੜੀ ਜ਼ਮੀਨ ਖਾਲੀ ਹੋਈ ਉਹ ਸਾਨੂੰ ਅਲਾਟ ਕਰ ਦਿੱਤੀ। ਇਹ ਕੁਝ ਸਾਡੇ ਕਹਿਣ ਕਰਕੇ ਨਹੀਂ ਸੀ ਹੋਇਆ, ਸਰਕਾਰ ਉਹਨਾਂ ਨੂੰ ਪਹਿਲਾਂ ਹੀ ਕੱਟ ਲਾ ਚੁੱਕੀ ਸੀ। ਇਹ ਜ਼ਮੀਨ ਬਹੁਤ ਉਪਜਾਊ ਤੇ ਪੱਧਰੀ ਸੀ, ਪਰ ਸੀ ਖੂਹਾਂ ਨਾਲ ਹੀ ਸਿੰਜਣ ਵਾਲੀ, ਕਿਉਂਕਿ ਨਹਿਰ ਤਾਂ ਜਲੰਧਰ ਜ਼ਿਲ੍ਹੇ ਵਿੱਚ ਉਦੋਂ ਕੋਈ ਹੈ ਹੀ ਨਹੀਂ ਸੀ। ਉਹਨਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ। ਹਾਈ ਕੋਰਟ ਨੇ ਕੱਟ ਲਾਉਣ ਵਾਲਾ ਫੈਸਲਾ ਬਹਾਲ ਰੱਖਿਆ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਅਪੀਲ ਮਨਜ਼ੂਰ ਕਰ ਲਈ। ਉਹਨਾਂ ਲੋਕਾਂ ਦੇ ਵਕੀਲ ਸਰਦਾਰ ਰਣਜੀਤ ਸਿੰਘ ਨਰੂਲਾ ਸਨ, ਜਿਹੜੇ ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਬਣੇ। ਸੁਪਰੀਮ ਕੋਰਟ ਨੇ ਉਸ ਕੇਸ ਵਿੱਚ ਬੜਾ ਅਜੀਬ ਤੇ ਇਤਿਹਾਸਕ ਫੈਸਲਾ ਕੀਤਾ। ਜੱਜਾਂ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਵਿੱਚ ਜ਼ਮੀਨ ਅਲਾਟ ਕੀਤੀ ਸੀ ਤਾਂ ਇਹਨਾਂ ਨੂੰ ਦੱਸਿਆ ਸੀ ਕਿ ਇਹ ਸਭ ਅਰਬਨ ਲੈਂਡ ਹੈ ਤੇ ਬਾਅਦ ਵਿੱਚ ਤੁਹਾਨੂੰ ਕੱਟ ਵੀ ਲਈ ਜਾ ਸਕਦੀ ਹੈ। ਸਰਕਾਰ ਨੇ ਕਿਹਾ ਨਹੀਂ। ਸੁਪਰੀਮ ਕੋਰਟ ਨੇ ਕਿਹਾ ਜੇ ਤੁਸੀਂ ਇਹਨਾਂ ਨੂੰ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਫਿਰ ਉਹਨਾਂ ਦੀ ਮਰਜ਼ੀ ਹੁੰਦੀ, ਭਾਵੇਂ ਇਹ ਜ਼ਮੀਨ ਲੈਂਦੇ, ਨਹੀਂ ਤਾਂ ਸ਼ਹਿਰ ਤੋਂ ਦੂਰ ਕਿਤੇ ਲੈ ਲੈਂਦੇ। ਤੁਸੀਂ ਪੇਂਡੂ ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਹੀ ਸਭ ਅਰਬਨ ਲੈਂਡ ਕਿਹੜੇ ਕਾਨੂੰਨ ਨਾਲ ਬਣਾ ਧਰਿਆ ਹੈ। ਇਹ ਮਹਿਕਮਾ ਮੁੜ ਵਸਾਊ ਹੈ ਕਿ ਮੁੜ ਉਜਾੜ ਕੇ ਵਸਾਊ ਹੈ। ਸੁਪਰੀਮ ਕੋਰਟ ਨੇ ਕਿਹਾ
ਛਤਰੀ ਤੇ ਬੈਠੇ ਕਬੂਤਰਾਂ ਨੂੰ ਅਸਮਾਨ ਵਿੱਚ ਉਡਾ ਕੇ ਮੁੱਢੋਂ ਸੁੱਢੋਂ ਛਤਰੀ ਖਾਲੀ ਕਰਵਾ ਕੇ ਪਹਿਲਾਂ ਤੋਂ ਅਸਮਾਨ ਵਿੱਚ ਉੱਡ ਰਹੇ ਕਬੂਤਰਾਂ ਨੂੰ ਉਸ ਛਤਰੀ ਤੇ ਬਿਠਾਉਣਾ ਕਿੱਧਰ ਦਾ ਮੁੜ ਵਸਾਊ ਕੰਮ ਹੈ। ਜਦੋਂ ਸਰਕਾਰ ਹਾਰ ਗਈ ਤਾਂ ਨਾਲ ਹੀ ਸਾਡਾ ਵੀ ਕੀਰਤਨ ਸੋਹਲਾ ਪੜਿਆ ਗਿਆ। ਕਹਿੰਦੇ ਹਨ ਜਦੋਂ ਸੰਡਾ ਮਰ ਜਾਏ ਤਾਂ ਚੰਮ ਜੂਆਂ ਵੀ ਨਾਲ ਹੀ ਮਰ ਜਾਂਦੀਆਂ ਹਨ। ਇਸ ਤਰ੍ਹਾਂ ਸਰਕਾਰ ਦੀ ਇਸ ਕਾਨੂੰਨੀ ਤੇ ਤਕਨੀਕੀ ਗਲਤੀ ਦਾ ਖਮਿਆਜ਼ਾ ਸਾਨੂੰ ਵੀ ਭੁਗਤਣਾ ਪਿਆ ਤੇ ਅਸੀਂ ਦੁਬਾਰਾ ਉੱਜੜ ਗਏ। ਸਾਡਾ ਮੁਕੱਦਮੇ ਤੇ ਪੈਸਾ ਵੀ ਬੜਾ ਲੱਗਾ, ਹੋਰ ਕਿਤੇ ਜ਼ਮੀਨ ਵੀ ਹੁਣ ਨਹੀਂ ਸੀ ਬਚੀ ਜਿਹੜੀ ਸਾਨੂੰ ਮਿਲਦੀ। ਸਾਡਾ ਹਾਲ ਹੁਣ ਇਹ ਸੀ ਜਿਵੇਂ ਇੱਕ ਬੰਦੇ ਦੀ ਕਾਰ ਵਿੱਚ ਓਨਾ ਹੀ ਪੈਟਰੋਲ ਸੀ ਜਿੰਨੇ ਨਾਲ ਉਹ ਪੈਟਰੋਲ ਪੰਪ ਤੱਕ ਪਹੁੰਚ ਸਕੇ ਤੇ ਉਸ ਕੋਲ ਰੁਪਈਏ ਵੀ ਸਿਰਫ 20 ਹੀ ਸਨ। ਉਹ ਪੈਟਰੋਲ ਪੰਪ ਤੇ ਗਿਆ ਤੇ ਤੇਲ ਪਵਾ ਕੇ ਘਰ ਆ ਗਿਆ। ਹੁਣ ਨਾ ਉਸ ਕੋਲ ਪੈਟਰੋਲ ਸੀ ਤੇ ਨਾ ਪੈਸੇ, ਜਦੋਂ ਕਿ ਪਹਿਲਾਂ ਸਗੋਂ ਉਸ ਕੋਲ ਪੈਟਰੋਲ ਵੀ ਸੀ ਤੇ 20 ਰੁਪਈਏ ਵੀ ਸਨ। ਪਹਿਲਾਂ ਤਾਂ ਸਾਡੇ ਕੋਲ ਮਾੜੀ ਹੀ ਸਹੀ 106 ਏਕੜ ਜ਼ਮੀਨ ਸੀ ਤੇ ਗੁਜ਼ਾਰੇ ਜੋਗੇ ਕੁਝ ਪੈਸੇ ਵੀ ਸਨ, ਪਰ ਹੁਣ ਤਾਂ ਨਾ ਪੈਸੇ ਸਨ ਨਾ ਜ਼ਮੀਨ, ਕਿਉਂਕਿ 10-12 ਸਾਲ ਦੇ ਸਮੇਂ ਵਿੱਚ ਸਾਰੀਆਂ ਜ਼ਮੀਨਾਂ ਅਲਾਟ ਹੋ ਚੁੱਕੀਆਂ ਸਨ। ਪਰ ਫਿਰ ਵੀ ਮੇਰੇ ਪਿਤਾ ਜੀ ਨੇ ਦਿਲ ਨਾ ਛੱਡਿਆ ਤੇ ਥੋੜੀ ਜ਼ਮੀਨ ਪਿੰਡ ਵਰਿਆਣਾ, ਉਹ ਜ਼ਮੀਨ ਜਿਹੜੀ ਅਸਾਂ ਛੱਡੀ ਸੀ ਸ਼ੌਹ ਬੱਗੇ ਟਿੱਬੇ ਦੇ ਲਾਗੇ, ਥੋੜੀ ਜਿਹੀ ਜ਼ਮੀਨ ਸੁੱਚੀ ਪਿੰਡ ਤੇ ਬਾਕੀ ਦੀ ਪਿੰਡ ਲਿੱਦੜ ਵਿੱਚ ਜਿਵੇਂ ਕਿਵੇਂ ਵੀ ਸੀ ਮੁੜ ਅਲਾਟ ਕਰਵਾਈ। ਮੇਰੇ ਪਿਤਾ ਜੀ ਮੈਨੂੰ ਲਾ ਕਰਵਾ ਕੇ ਵਕੀਲ ਬਣਾਉਣਾ ਚਾਹੁੰਦੇ ਸਨ। ਸਾਡੀ ਜ਼ਮੀਨ ਤਾਂ ਭਾਵੇਂ ਅਜੇ ਵੀ ਲੋਕਾਂ ਦੇ ਹਿਸਾਬ ਨਾਲ ਕਾਫੀ ਸੀ, ਪਰ ਜ਼ਮੀਨ ਤੋਂ ਖਾਸ ਆਮਦਨ ਨਹੀਂ ਸੀ। ਫਿਰ ਵੱਡੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖੋਹਣ ਦਾ ਇੱਕ ਨਵਾਂ ਕਾਨੂੰਨ, ਜਿਸ ਦਾ ਨਾਂ ਸਿਕਿਉਰਿਟੀ ਆਫ ਲੈਂਡ ਟਿਊਨਰ ਐਕਟ 1953 ਸੀ, ਬਣਿਆ, ਜਿਸ ਵਿੱਚ ਪਾਕਿਸਤਾਨ ਤੋਂ ਆਇਆਂ ਲਈ ਵੱਧ ਤੋਂ ਵੱਧ ਜ਼ਮੀਨ ਦੀ ਹੱਦ 50 ਏਕੜ ਤੇ ਲੋਕਲਾਂ ਵਾਸਤੇ ਜਿਹੜੇ ਉੱਜੜ ਕੇ ਨਹੀਂ ਸਨ ਆਏ 30 ਏਕੜ ਰੱਖੀ ਗਈ ਸੀ। ਬਾਕੀ ਜ਼ਮੀਨ ਖੋਹ ਕੇ ਮੁਜਾਰਿਆਂ ਨੂੰ ਦਿੱਤੀ ਜਾਣੀ ਸੀ। ਜਦੋਂ ਇਹ ਕਾਨੂੰਨ ਬਣਿਆ ਤਾਂ ਸਾਡੀ 28 ਏਕੜ ਜ਼ਮੀਨ ਵਾਧੂ ਪੂਲ ਵਿੱਚ ਚਲੀ ਗਈ ਤੇ ਸਰਕਾਰ ਨੇ ਉਹ ਮੁਜਾਰਿਆਂ ਨੂੰ ਅਲਾਟ ਕਰ ਦਿੱਤੀ। ਉਸ ਜ਼ਮੀਨ ਦੇ ਮੁਆਵਜ਼ੇ ਦੇ ਤੌਰ ਤੇ ਸਾਨੂੰ 560 ਰੁਪਏ ਫੀ ਏਕੜ ਦੇ ਹਿਸਾਬ ਨਾਲ 10 ਸਾਲਾਂ ਵਿੱਚ ਪੈਸੇ ਮਿਲਣੇ ਸਨ, ਜੋ ਬਹੁਤ ਬਾਅਦ ਵਿੱਚ ਜਾ ਕੇ ਮਿਲੇ। ਇੱਥੇ ਵੀ ਸਾਨੂੰ ਬੜੀ ਤਕੜੀ ਮੁਕੱਦਮੇਬਾਜ਼ੀ ਕਰਨੀ ਪਈ। ਆਰਥਿਕ ਤੌਰ ਤੇ ਸਾਡਾ ਲੱਕ ਟੁੱਟ ਚੁੱਕਾ ਸੀ ਅਤੇ ਅਸੀਂ ਆਰਥਿਕ ਪੱਖੋਂ ਬੜੇ ਕਮਜ਼ੋਰ ਸਾਂ, ਪਰ ਲੋਕ ਸਾਨੂੰ ਅਜੇ ਵੀ ਲੈਂਡਲਾਰਡ ਹੀ ਸਮਝਦੇ ਸਨ। ਸਾਡੀ ਗੱਲ ਮਾਰ ਬੁੱਢੜੀ ਗੀਤੜੇ ਗਾਵੇ ਤੇ ਲੋਕਾਂ ਭਾਣੇ ਵਿਆਹ ਵਾਲੀ ਸੀ। 1965 ਵਿੱਚ ਭਾਰਤ ਪਾਕ ਜੰਗ ਹੋਈ ਤਾਂ ਮੈਂ ਉਦੋਂ DAV ਕਾਲਜ ਜਲੰਧਰ ਵਿੱਚ ਪੜ੍ਹਦਾ ਸੀ। ਉਦੋਂ ਮੈਂ NCC ਦਾ C ਸਰਟੀਫਿਕੇਟ ਹਾਸਲ ਕਰ ਚੁੱਕਾ ਸੀ ਤੇ ਭਾਰਤ ਪੱਧਰ ਦਾ NCC ਦਾ ਇੱਕ ਕੈਂਪ, ਜਿਸ ਦਾ ਨਾਂ ਆਲ ਇੰਡੀਆ ਐਡਵਾਂਸਡ ਲੀਡਰਸ਼ਿਪ ਕੋਰਸ ਕੈਂਪ ਸੀ, ਤੇ ਇਹ ਕੈਂਪ ਮਦਰਾਸ ਲੱਗਾ ਸੀ, ਵਿੱਚ ਵੀ ਭਾਗ ਲੈ ਚੁੱਕਾ ਸਾਂ। ਇਸ ਤੋਂ ਪਹਿਲਾਂ 1964 ਵਿੱਚ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਦੀ ਪਰੇਡ, ਜਿਸ ਦਾ ਅਭਿਆਸ ਪੂਰਾ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਵਿੱਚ ਵੀ ਮੈਂ ਭਾਗ ਲਿਆ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਮੈਨੂੰ 1965 ਵਿੱਚ ਫੌਜ ਵਿੱਚ ਕਮਿਸ਼ਨ ਮਿਲ ਗਿਆ। ਪਰ ਇਹ ਖਬਰ ਸੁਣ ਕੇ ਖੁਸ਼ ਹੋਣ ਦੀ ਥਾਂ ਮੇਰੇ ਪਿਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹਨਾਂ ਦੇ ਮੂੰਹੋਂ ਨਿਕਲਿਆ, ਬਸ ਹੁਣ ਰਹਿੰਦੀ ਖੂੰਦੀ ਜ਼ਮੀਨ ਵੀ ਗਈ ਸਮਝੋ। ਤੂੰ ਭਾਵੇਂ ਅਫਸਰ ਬਣ ਕੇ ਮੋਢੇ ਤੇ ਪਿੱਤਲ ਤੇ ਲਾਈ ਫਿਰੇਗਾ, ਪਰ ਇਧਰ ਬਾਕੀ ਬਚੀ ਜ਼ਮੀਨ ਵੀ ਮੁਜਾਰੇ ਸਾਂਭ ਜਾਣਗੇ। ਮੈਨੂੰ ਉਹਨਾਂ ਦੀ ਇਸ ਸੱਚੀ ਭਵਿੱਖਬਾਣੀ ਅੱਗੇ ਝੁਕਣਾ ਪਿਆ ਤੇ ਕਾਲਜ ਛੱਡਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਖੇਤੀਬਾੜੀ ਵਿੱਚ ਜੁਟ ਗਿਆ। ਪੰਜਾਬੀ ਦੀ ਇੱਕ ਕਹਾਵਤ ਹੈ, ਲਾਹੌਰ ਢਹਿੰਦਾ ਵੀ ਟਹੂ ਤੇ ਕਿਸੇ ਪਿੰਡ ਜਿੱਡਾ ਤੇ ਰਹੂ। ਦੂਸਰੇ ਪਾਸੇ ਅਜੇ ਵੀ ਸਮਾਜ ਸਾਨੂੰ ਅਮੀਰਾਂ ਵਿੱਚੋਂ ਗਿਣਦਾ ਸੀ
ਭਾਵੇਂ ਸਾਡਾ ਗੁਜ਼ਾਰਾ ਵੀ ਔਖਾ ਜਿਹਾ ਹੀ ਸੀ। ਮੇਰੇ ਪੜਦਾਦਾ ਜੀ ਸਰਦਾਰ ਵਜੀਰ ਸਿੰਘ, ਜਿਹੜੇ ਪਿੰਡ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਣੀ 18 ਏਕੜ ਜ਼ਮੀਨ ਦੇ ਹੁੰਦਿਆਂ ਵੀ ਜਦੋਂ 12 ਆਬਾਦ ਹੋਈਆਂ ਤਾਂ ਪਾਕਿਸਤਾਨ ਗਏ ਸਨ। ਤੇ ਮੇਰੇ ਬਾਬਾ ਜੀ ਸਰਦਾਰ ਅਰੂੜ ਸਿੰਘ, ਜਿਨ੍ਹਾਂ ਨੇ ਮੇਰੇ ਪੜਦਾਦੇ ਨੂੰ 2 ਮੁਰੱਬੇ ਮਿਲੀ ਜ਼ਮੀਨ ਤੋਂ ਵਧਾ ਕੇ ਅੱਗੋਂ 3 ਮੁਰੱਬੇ ਹੋਰ ਮੁੱਲ ਲੈ ਕੇ 5 ਮੁਰੱਬੇ ਇੱਕੋ ਥਾਂ ਕਰ ਲਈ ਸੀ। ਉਹਨਾਂ ਦੇ ਨਾਂ ਦਾ ਉਕਰਿਆ ਹੋਇਆ ਪੱਥਰ ਅਜੇ ਵੀ ਇੱਕ ਖੂਹ ਵਿੱਚ ਲੱਗਾ ਹੋਇਆ ਹੈ, ਜਿਸ ਨੂੰ ਉਹਨਾਂ ਨੇ ਰਾਹੀਆਂ ਦੇ ਪਾਣੀ ਪੀਣ ਲਈ ਲਵਾਇਆ ਸੀ। ਅੱਗੋਂ ਮੇਰੇ ਪਿਤਾ ਜੀ ਨੇ 2 ਮੁਰੱਬੇ ਜ਼ਮੀਨ ਹੋਰ ਲਈ। ਸਾਡੀਆਂ 3 ਪੀੜ੍ਹੀਆਂ ਨੇ ਜ਼ਮੀਨ ਵਿੱਚ ਵਾਧਾ ਕੀਤਾ ਸੀ। ਚੌਥੀ ਪੀੜ੍ਹੀ ਮੇਰੀ ਆਈ ਤਾਂ ਜ਼ਮੀਨ ਦਿਨੋਂ ਦਿਨ ਘਟਣ ਲੱਗੀ। ਹਾਲਾਂਕਿ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਸੀ। ਮੇਰੇ ਪਿਤਾ ਜੀ ਨੇ ਵੀ ਬਹੁਤ ਹੀ ਚੰਗੇ ਦਿਨ ਵੇਖੇ ਸਨ। ਅਸੀਂ 8-10 ਪੀੜ੍ਹੀਆਂ ਤੋਂ ਇਕੱਲੇ ਹੀ ਤੁਰੇ ਆਉਂਦੇ ਹਾਂ ਤੇ ਮੇਰੇ ਤੱਕ ਪਿਛਲੀਆਂ 10 ਪੀੜ੍ਹੀਆਂ ਤੋਂ ਸਿੱਖ ਹਾਂ। ਜੇ 10 ਪੀੜ੍ਹੀਆਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਸਮਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਨੇੜੇ ਤੇੜੇ ਹੀ ਚਲਾ ਜਾਂਦਾ ਹੈ। ਹੋ ਸਕਦਾ ਹੈ ਕਿ ਸਾਡੇ ਕਿਸੇ ਵੱਡੇ ਵਡੇਰੇ ਨੇ ਗੁਰੂ ਜੀ ਦੇ ਦਰਸ਼ਨ ਵੀ ਕੀਤੇ ਹੋਣ ਤੇ ਉਹਨਾਂ ਨਾਲ ਜੰਗਾਂ ਯੁੱਧਾਂ ਵਿੱਚ ਭਾਗ ਵੀ ਲਿਆ ਹੋਵੇ। ਮੈਂ ਆਪਣੇ ਪਿਤਾ ਜੀ ਨੂੰ ਤਿਲ ਤਿਲ ਮਰਦੇ ਵੇਖਿਆ ਹੈ। ਮੇਰੀ ਮਿਹਨਤ ਤੋਂ ਉਹ ਬਹੁਤ ਖੁਸ਼ ਤੇ ਪ੍ਰਭਾਵਿਤ ਸਨ। ਮੈਂ ਦਿਨ ਵਿੱਚ 16 ਘੰਟੇ ਟਰੈਕਟਰ ਚਲਾਉਂਦਾ ਸਾਂ। ਭੱਜ ਨੱਠ ਕਰਕੇ ਟਿਊਬਵੈੱਲ ਲਵਾਏ, ਪਰ ਫਿਰ ਵੀ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਜਾਂਦੀ ਸੀ। ਇੰਨੀ ਮਿਹਨਤ ਦੇ ਬਾਵਜੂਦ ਖੁੱਲਾ ਪੈਸਾ ਕਦੀ ਨਹੀਂ ਸੀ ਆਉਂਦਾ। ਫਿਰ ਇੱਕ ਹੋਰ ਭੌਂਦੀ ਇੱਟ ਸਿਰ ਵਿੱਚ ਆਣ ਵੱਜੀ। ਖੇਤੀ ਦੀ ਇੱਕ ਪਰਿਵਾਰ ਦੀ ਜ਼ਮੀਨ ਦੀ ਹੱਦ ਵੱਧ ਤੋਂ ਵੱਧ 7 ਹੈਕਟੇਅਰ ਅਰਥਾਤ 17.5 ਏਕੜ ਮਿਥੀ ਗਈ। ਇਸ ਐਕਟ ਦਾ ਨਾਂ ਲੈਂਡ ਰਿਫਾਰਮ ਐਕਟ 1972 ਸੀ ਤੇ ਜ਼ਮੀਨ ਖੋਹ ਕੇ ਮੁਜਾਰਿਆਂ ਨੂੰ ਦੇਣ ਦਾ ਇਹ ਦੂਜਾ ਕਾਨੂੰਨ ਸੀ। ਇਸ ਦੇ ਲਾਗੂ ਹੋਣ ਦੀ ਤਾਰੀਖ 1 ਸਾਲ ਪਹਿਲਾਂ ਦੀ ਅਰਥਾਤ 31 ਮਾਰਚ 1971 ਰੱਖੀ ਗਈ ਸੀ। ਇਸ ਤਰ੍ਹਾਂ ਜਿਸ ਬੰਦੇ ਦੀ ਜ਼ਮੀਨ 31 ਮਾਰਚ 1971 ਨੂੰ 17.5 ਏਕੜ ਤੋਂ ਵੱਧ ਸੀ, ਉਹ ਸਿੱਧਾ ਹੀ ਇਸ ਦੀ ਚਪੇਟ ਵਿੱਚ ਆ ਜਾਂਦਾ ਸੀ ਤੇ ਉਸ ਦੀ ਵਾਧੂ ਜ਼ਮੀਨ ਖੋਹ ਕੇ ਮੁਜਾਰਿਆਂ ਨੂੰ ਦਿੱਤੀ ਜਾਣੀ ਸੀ। ਸਾਡੀ ਜ਼ਮੀਨ ਤਾਂ ਪਹਿਲਾਂ ਹੀ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953 ਥੱਲੇ ਵੀ ਸਰਪਲਸ ਹੋਈ ਸੀ। ਇਸ ਲਈ ਸਾਡੀ ਫਾਈਲ ਤਾਂ ਝੱਟ ਕਲੈਕਟਰ ਅਗਰੇਰੀਅਨ ਦੀ ਮੇਜ਼ ਤੇ ਆ ਗਈ। ਮੈਂ ਰਿਸ਼ਵਤ ਵਗੈਰਾ ਦੇ ਕੇ ਉਹ ਅਮਲ ਰੁਕਵਾਇਆ। ਮੇਰਾ ਬੇਟਾ ਅਜੇ 3 ਮਹੀਨੇ ਦਾ ਸੀ। ਉਸ ਦੇ ਨਾਂ ਜ਼ਮੀਨ ਲੱਗ ਚੁੱਕੀ ਸੀ, ਪਰ ਨਾਬਾਲਗ ਲੜਕਾ ਤੇ ਮੇਰੀ ਪਤਨੀ ਤਾਂ ਇੱਕ ਪਰਿਵਾਰ ਹੀ ਗਿਣਿਆ ਜਾਣਾ ਸੀ। ਮੈਂ ਜੀ ਭਿਆਣੇ ਨੇ ਆਪਣੀ ਵਾਧੂ ਜ਼ਮੀਨ ਵੇਚਣੀ ਲਾ ਦਿੱਤੀ ਤੇ ਅਖੰਡ ਪਾਠ ਵੀ ਸੁਖਿਆ ਕਿ ਸਾਡੇ ਜ਼ਮੀਨ ਛੇਤੀ ਵਿਕ ਜਾਵੇ ਤਾਂ ਅਖੰਡ ਪਾਠ ਕਰਵਾਵਾਂਗੇ। ਪਿੰਡ ਵਰਿਆਣਾ ਤੇ ਸੁੱਚੀ ਪਿੰਡ ਦੀ 37 ਕਿੱਲੇ ਜ਼ਮੀਨ ਵੇਚਣੀ ਲਾਈ। ਗਾਹਕ ਲੱਗੇ। ਜਿਸ ਦਾ ਪਹਿਲਾਂ ਹੀ ਘੱਟ ਮੁੱਲ 20,000 ਰੁਪਏ ਏਕੜ ਮੰਗਿਆ ਸੀ, ਉਸ ਦੀ 17,000 ਰੁਪਏ ਫੀ ਏਕੜ ਦੀ ਆਵਾਜ਼ ਦਲਾਲ ਨੇ ਦਿੱਤੀ। ਮੈਂ ਝੱਟ ਸਾਈ ਫੜ ਲਈ। ਇਸੇ ਤਰ੍ਹਾਂ ਦੂਜੀ ਦਾ ਬਾਜ਼ਾਰ ਮੁੱਲ 25,000 ਸੀ। ਉਹ 18,000 ਰੁਪਏ ਕਿੱਲੇ ਨੂੰ ਵੇਚ ਦਿੱਤੀ, ਕਿਉਂਕਿ ਗਾਹਕ ਇਸ ਤੋਂ ਵਾਧਾ ਨਹੀਂ ਸੀ। ਕਾਨੂੰਨ ਬਣੇ ਦਾ ਰੌਲਾ ਪੈ ਚੁੱਕਾ ਸੀ ਤੇ ਨਾਲੇ ਇੱਕੋ ਜਿਹੀ ਆਵਾਜ਼ ਤਾਂ ਚੂਹੇ ਦੀ ਖੁੱਡ ਵਿੱਚ ਵੀ ਲੋਕ ਸੁਣ ਲੈਂਦੇ ਹਨ। ਨਾ ਇਹੋ ਜਿਹੀ ਆਵਾਜ਼ ਤਾਂ ਚੂਹੇ ਦੀ ਖੁੱਡ ਵਿੱਚ ਵੀ ਲੋਕ ਸੁਣ ਲੈਂਦੇ ਹਨ। ਮਰਦਾ ਕੀ ਨਾ ਕਰਦਾ ਵਾਂਗ ਜੇ ਸਾਰਾ ਧਨ ਜਾਂਦਾ ਵੇਖੀਏ ਤਾਂ ਅੱਧਾ ਦਈਏ ਵੰਡ ਵਾਲੀ ਗੱਲ ਸੀ। ਅਖੰਡ ਪਾਠ ਰਖਾਇਆ। ਗੁਰਦੁਆਰੇ ਦਾ ਭਾਈ ਪੁੱਛੇ, ਅਰਦਾਸ ਕੀ ਕਰਾਂ? ਹੁਣ ਉਹਨੂੰ ਕੀ ਆਖੀਏ ਭਈ ਜ਼ਮੀਨ ਵਿਕੀ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਵਾਇਆ ਹੈ। ਲੋਕ ਖਰੀਦਣ ਦੀ ਖੁਸ਼ੀ ਵਿੱਚ ਤਾਂ ਖੁਸ਼ੀਆਂ ਕਰਦੇ ਹਨ, ਪਰ ਅੱਜ ਤੱਕ ਵੇਚਣ ਦੀ ਖੁਸ਼ੀ ਤਾਂ ਕਦੇ ਕਿਸੇ ਨੇ ਨਹੀਂ ਕੀਤੀ। ਇਹ ਕਿਸਾਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ। ਭਾਈ ਜੀ ਨੇ ਅਰਦਾਸ ਵੀ ਗੋਲਮੋਲ ਜਿਹੀ ਕਰ ਦਿੱਤੀ। ਅਖੇ ਮਨੋਕਾਮਨਾ ਪੂਰੀ ਹੋਈ ਹੈ।
ਮੇਰੀਆਂ ਦੋਹਾਂ ਮਾਤਾਵਾਂ ਦੀਆਂ ਅੱਖਾਂ ਵਿੱਚ ਅਥਰੂ ਸਨ, ਜਿਨ੍ਹਾਂ ਦਾ ਸਪਸ਼ਟੀਕਰਨ ਮੇਰੀ ਪਤਨੀ ਨੇ ਬੜੀ ਖਚਰ ਵਿਦਿਆ ਨਾਲ ਇਹ ਕਹਿ ਕੇ ਦਿੱਤਾ ਕਿ ਇਹ ਖੁਸ਼ੀ ਦੇ ਅਥਰੂ ਹਨ।